जे असी ना सुधरे आउण वाले साल साडे ते इहो ਜਿਹੇ आउण वाले है कि असी पानी नूं तरसांगे जिहड़े हिसाब नाल असी चल रहे हैं। तां खुशी होई उन्हां बंदिआं नूं ते भाई भगतू जदों नूं पानी लैके मुड़े आके देखिया ते इत्थे तां सैबरां लगियां पईआं। वो बकरियां वाले खुश, वो भी नहाई जाण पानी पी जाण। भाई भगतू ने कहा मां तू ये की कीता? वो कहंदी पुੱਤ तैनूं इन्ना चिर हो गया सी मेरी जान निकल जांदी। कहंदा चंगा फिर हुण इन्हां नूं ना पता लग जे, उड चल। ये जाके पिंड च दसणगे, ये गल प्रगट होऊगी, लोग अपने मगर पै जाणगे, कोई कुछ मंगू कोई कुछ मंगू। इस खातर नहीं सी मैनूं तोरिया मेरे पंजवें पातशाह ने, मैं किसी होर काम लई आया, चल इत्थों तुर चल गए। उत्थों भाई भगतू अगे निकल जाते हैं। पर इहो जिहियां गल्लां कदे गुझीਆਂ रहिंदियां नहीं। जदों एक जाने ने वेख ली एक तो दो, ये चल पैंदी है। ਤਾਂ ਭਾਈ ਭਗਤੂ ਉਸ ਟਾਈਮ ਤੇ ਇਹ ਗੋਬਿੰਦਪੁਰੇ ਪਿੰਡ 'ਚ ਅੱਜ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ, ਉਸੇ ਜਗ੍ਹਾ ਤੇ ਬਣਿਆ, ਉਵੇਂ ਹੀ ਉੱਥੇ ਛਪੜੀ ਆ ਤੇ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ। ਉਸ ਤੋਂ ਬਾਅਦ ਭਾਈ ਭਗਤੂ ਅਗਲੇ ਪਿੰਡਾਂ 'ਚ ਜਾਂਦੇ ਆ। ਅੱਜ ਉਹਨਾਂ ਦੇ ਨਾਂ ਤੇ ਭਗਤੂਆਣਾ ਪਿੰਡ ਵੀ ਹੈ ਜੈਤੋ ਕੋਲ, ਤੇ ਉਹਨਾਂ ਪਿੰਡਾਂ ਦੇ ਵਿੱਚ ਉਹ ਸਾਂਝ ਪਾਉਣੀ ਸ਼ੁਰੂ ਕਰਦੇ ਆ। ਬਠਿੰਡੇ ਕਿਲੇ ਦੇ ਕੋਲ ਆ ਕੇ ਰਹਿੰਦੇ ਆ, ਉੱਥੇ ਆ ਕੇ ਵਿਰਾਜਦੇ ਆ ਤਾਂ ਉੱਥੇ ਸਾਂਝ ਪਾਉਂਦੇ ਆ। ਇਹ ਭੁੱਚੋ ਪਿੰਡ ਆ ਕੇ ਬਣਦੇ ਆ। ਜਾਣੀ 4-5 ਸਾਲ ਲਗਾਤਾਰ ਇੱਥੇ ਰਹਿ ਕੇ ਹਰ ਪਿੰਡ ਦੇ ਵਿੱਚ ਜਾ ਕੇ ਜਾਣਨ ਵਾਲੀਆਂ ਰੂਹਾਂ ਨੂੰ, ਪਿਆਸੀਆਂ ਰੂਹਾਂ ਨੂੰ ਸੱਦ ਕੇ ਦੱਸਦੇ ਆ ਕਿ ਗੁਰੂ ਨਾਨਕ ਕਿਹੜੀ ਦਾਤ ਲੈ ਕੇ ਆਏ ਆ ਕਰਤੇ ਪੁਰਖ ਦੇ ਦਰ ਤੋਂ। ਸਾਰੇ ਵਹਿਮ ਭਰਮ ਕਰਮਕਾਂਡ ਪਖੰਡ ਛੱਡ ਕੇ ਸਿਰਫ ਇੱਕ ਓਂਕਾਰ ਸਤਨਾਮ ਦਾ ਪਾਠ ਕਰਨਾ ਹੈ, ਇੱਕ ਓਂਕਾਰ ਸਤਨਾਮ ਦਾ ਜਾਪ ਕਰਨਾ ਹੈ, ਇੱਕ ਓਂਕਾਰ ਸਤਨਾਮ ਦਾ ਧਿਆਨ ਕਰਨਾ ਹੈ, ਇਸੇ ਦਾ ਸਿਮਰਨ ਕਰਨਾ ਹੈ। ਮਹਾਰਾਜ ਨੇ ਦਾਤ ਦਿੱਤੀ, ਮੂਲ ਮੰਤਰ ਦੀ ਦਾਤ ਸਾਡੀ ਝੋਲੀ ਪਾਈ। ਮਾਲਾ ਮੰਤਰ ਕਿਹਾ ਜਪਜੀ ਸਾਹਿਬ ਦੇ ਪਾਠ ਨੂੰ, ਇਹ ਦਾਤ ਸਾਡੀ ਝੋਲੀ ਪਾਈ। ਇਹ ਦਾਤਾਂ ਸਾਡੀ ਝੋਲੀ ਪਾ ਕੇ ਗੁਰੂ ਨਾਨਕ ਨੇ ਭਾਈ ਭਗਤੂ ਨੂੰ ਤੋਰਿਆ। ਪੰਜਵੇਂ ਪਾਤਸ਼ਾਹ ਨੇ ਤਾਂ ਉਹਨੇ ਵਰਤਾਉਣਾ ਸ਼ੁਰੂ ਕੀਤਾ ਤੇ ਲੋਕਾਂ ਨੇ ਮੰਨਣਾ ਸ਼ੁਰੂ ਕੀਤਾ। ਜਿਵੇਂ ਜਿਵੇਂ ਲੋਕਾਂ ਨੇ ਧਿਆਨ ਦਿੱਤਾ ਉਵੇਂ ਬੈਠਣਾ ਸ਼ੁਰੂ ਕੀਤਾ। ਜੇ ਗੁਰੂ ਨਾਨਕ ਨੇ ਕਿਹਾ ਕਿ ਪਵਨ ਗੁਰੂ ਆ, ਸਿੱਧੇ ਸਾਦੇ ਲੋਕ ਅੱਜ ਵਾਂਗੂ ਸਵਾਲ ਨਹੀਂ ਸੀ ਕਰਦੇ, ਉਹ ਮੰਨ ਕੇ ਬਹਿ ਜਾਂਦੇ ਸੀ। ਫਿਰ ਮੈਂ ਕੀ ਕਰਾਂ? ਤਾਂ ਜਦੋਂ ਬਾਬਾ ਜੀ ਨੇ ਦੱਸਿਆ ਕਿ ਚੌਂਕੜੇ ਲਾ ਕੇ ਬਹਿਣਾ ਹੁੰਦਾ, ਸਵਾਸਾਂ ਨੂੰ ਮਹਿਸੂਸ ਕਰਨਾ ਆਉਂਦੇ ਜਾਂਦਿਆਂ ਨੂੰ, ਤੇ ਤੁਸੀਂ ਜੋ ਖੋਜਦੇ ਹੋ ਤੁਹਾਨੂੰ ਆਪਣੇ ਅੰਦਰੋਂ ਮਿਲ ਜਾਣਾ। ਤਾਂ ਉਹ ਸਾਰਿਆਂ ਨੂੰ ਮਿਲਦਾ ਗਿਆ। ਇਹ ਦਾਤਾਂ ਦੀ ਵਰਤਾਰਾ ਵਰਤਦਾ ਰਿਹਾ ਤੇ ਉਹ ਸਿੱਖ ਕੌਮ ਖੜੀ ਹੁੰਦੀ ਗਈ। ਉਹ ਲੋਕ ਗੁਰੂ ਨਾਨਕ ਦਾ ਨਾਂ ਸੁਣਦੇ, ਪੰਜਵੇਂ ਪਾਤਸ਼ਾਹ ਦਾ ਨਾਂ ਸੁਣਦੇ, ਟਾਈਮ 'ਚੋਂ ਟਾਈਮ ਕੱਢ ਕੇ ਦਰਬਾਰ ਸਾਹਿਬ ਜਾਂਦੇ, ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਜਾ ਕੇ ਜੁੜਦੇ। ਇਹ ਟਾਈਮ ਆਉਂਦਾ ਭਾਈ ਭਗਤੂ ਦੇ ਵਿਆਹ ਹੁੰਦੇ ਨੇ, ਮਾਤਾ ਜੀ ਵਿਆਹ ਕਰਦੇ ਆ, ਭੁੱਚੋ ਪਿੰਡ ਰਹਿੰਦੇ ਨੇ। ਭੁੱਚੋ ਪਿੰਡ ਰਹਿਣ ਦੌਰਾਨ ਇਹਨਾਂ ਦੇ 2 ਬੱਚੇ ਹੁੰਦੇ ਨੇ, ਇੱਕ ਦਾ ਨਾਂ ਭਾਈ ਗੌਰਾ, ਇੱਕ ਦਾ ਨਾਂ ਭਾਈ ਜੀਵਣਾ। ਇਹ ਦੋਨੋਂ ਬੱਚੇ ਜਵਾਨ ਹੁੰਦੇ ਆ। ਇਹ ਵੀ ਗੁਰੂ ਕੇ ਸਿੱਖ ਬਣਦੇ ਆ, ਗੁਰੂ ਘਰ ਨਾਲ ਜੁੜਦੇ ਆ, ਇਹ ਵੀ ਗੁਰਸਿੱਖੀ ਦਾ ਪ੍ਰਚਾਰ ਕਰਦੇ ਆ। ਪੰਜਵੇਂ ਪਾਤਸ਼ਾਹ ਦਾ ਸਮਾਂ ਆਉਂਦਾ, ਫਿਰ ਛੇਵੇਂ ਦਾ ਆਉਂਦਾ, ਫਿਰ ਸੱਤਵੇਂ ਦਾ ਆਉਂਦਾ। ਭਾਈ ਭਗਤੂ ਲੇਕਿਨ ਗੁਰੂ ਘਰ ਨਾਲ ਜੁੜੇ ਹੋਏ ਐਸੇ ਇੱਕ ਗੁਰਸਿੱਖ ਹੋਏ ਆ ਜਿਨ੍ਹਾਂ ਨੂੰ ਗੁਰੂ ਰਾਮਦਾਸ ਸਾਹਿਬ ਦੇ ਬਚਨਾਂ ਤੋਂ ਪੈਦਾ ਹੋਏ। ਗੁਰੂ ਪੰਜਵੇਂ ਪਾਤਸ਼ਾਹ ਨੇ ਉਹਨਾਂ ਨੂੰ ਭਾਈ ਦਾ ਖਿਤਾਬ ਦਿੱਤਾ। ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਸੇਵਾ ਕਰਦੇ ਰਹੇ। ਸੱਤਵੇਂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਰਹੇ, ਜ਼ਿੰਦਗੀ ਭਰ ਬਾਹੀ ਕਰਾਉਂਦੇ ਰਹੇ। ਸੱਤਵੇਂ ਪਾਤਸ਼ਾਹ ਦੀ ਹਜ਼ੂਰੀ 'ਚ ਜਲੰਧਰ ਕਰਤਾਰਪੁਰ ਉਹਨਾਂ ਨੇ ਆਪਣਾ ਸਰੀਰ ਤਿਆਗਿਆ। ਉਸ ਦੌਰਾਨ ਉਹਨਾਂ ਦੇ ਜੋ ਪੁੱਤਰ ਜਵਾਨ ਸਨ, ਉਹਨਾਂ ਨੇ ਉਹ ਸਿੱਖੀ ਵਾਲੀ ਨੁਹਾਰ ਨੂੰ ਸਾਂਭਿਆ, ਪ੍ਰਚਾਰ ਸ਼ੁਰੂ ਕੀਤਾ। ਭਾਈ ਗੌਰਾ ਤੇ ਭਾਈ ਜੀਵਨ ਨੇ। ਗੌਰੇ ਦੇ ਦੋਨੋਂ ਭੁੱਚੋ ਪਿੰਡ ਨੇ। ਜੀਵਨ ਸੱਤਵੇਂ ਪਾਤਸ਼ਾਹ ਦੀ ਹਜ਼ੂਰੀ 'ਚ ਜਾਂਦਾ। ਵਿਆਹ ਤੋਂ 2 ਸਾਲ ਬਾਅਦ ਦਰਸ਼ਨ ਦਿਦਾਰੇ ਕਰਨ ਜਾਂਦਾ। ਤਾਂ ਉੱਥੇ ਜਦੋਂ ਪਹੁੰਚਦਾ ਇੱਕ ਘਟਨਾ ਐਸੀ ਘਟ ਜਾਂਦੀ ਆ ਕਿ ਜਨਮ ਤੋਂ ਬਾਅਦ ਉਹਦਾ ਪਿਤਾ ਵੀ ਗੁਜ਼ਰ ਜਾਂਦਾ। ਉਹ ਦਸੌਂਧੀਆ ਪੁੱਤਰ ਹੁੰਦਾ। ਉਹ ਬੜਾ ਬਰਲਾਪ ਕਰਦੀ ਆ। ਸਤਿਗੁਰੂ ਸੁਨੇਹਾ ਭੇਜਦੇ ਆ ਗੁਰਸਿੱਖਾਂ ਨੂੰ, ਕਹਿੰਦੇ ਆ ਭਾਈ ਰਾਤ ਦਾ 2 ਵਜੇ ਦਾ ਅੰਮ੍ਰਿਤ ਵੇਲੇ ਦਾ ਟਾਈਮ ਹੈ। ਉਹ ਮਾਤਾ ਨੂੰ ਕਹਿ ਕੇ ਆਓ ਕਿ ਤੂੰ ਬਰਲਾਪ ਨਾ ਕਰ, ਕੁਛ ਸਬਰ ਰੱਖ, ਕਰਤਾ ਪੁਰਖ ਭਲੀ ਕਰੂਗਾ। ਤਾਂ ਉਹ ਬੱਚੇ ਉਹ ਸਿੰਘ ਜਾਂਦੇ ਆ, ਜਾ ਕੇ ਕਿਤੇ ਮਾਤਾ ਨੂੰ ਕਹਿ ਦਿੰਦੇ ਆ ਕਿ ਤੂੰ ਸਬਰ ਕਰ,
सतगुरु इहनूं कर देणगे जिउंदा, तू हजूरी च लिआई। वो बचन मन के चक लिआउंदी है, दिन चढ़े नहीं हो सकता। 2-4 बार कहा, सिंह अरदास करन लागे, पातशाह तुसी जानी जानो, तुसी वो हस्ती हो जिहड़े दान दे सकदे हो प्राणां दा, तुसी किरपा कर दिओ। तां सतगुरु वीर रस च बोले कि हाँ, ये कुदरत की मर्यादा, जे इहदी थां ते कोई होर जाण नूं तैयार है, अपने प्राण दिंदा है, तां इह जिउंदा हो सकदा है, दिओ अपने प्राण। जदों ये गल कहिंदे ने तां सनाटा छा जांदा सारे पंडाल दे विच, कोई नहीं उठदा, क्योंकि जान एक ऐसी चीज़ है जिहड़ी सब तो प्यारी है बंदे नूं। आम कहावत है कि मावां पुत्तां नूं नहीं सियाणदियां उस टाइम जदों कोई ऐसा बेला बन जे। बहुत ही प्यार हुंदा सानूं साडी जान नाल, पर जदों बाबा जीवन ये गल वेखदा कि मेरे सतगुरां ने बचन कीता, तां ਉਹ ਨਾਲ ਦੇ ਸਿੰਘ ਨੂੰ ਕਹਿੰਦਾ, ਆ ਚੌਰ ਦੀ ਸੇਵਾ ਤੂੰ ਕਰ, ਮੈਂ ਆਇਆ। ਇਹ ਕਹਿ ਕੇ ਆਪਣੇ ਪਿਤਾ ਦੀ ਸਮਾਧ ਕੋਲ ਜਾ ਕੇ ਪੈ ਜਾਂਦਾ, ਅਰਦਾਸ ਕਰਦਾ। ਹੁਣ ਇੱਥੇ ਆ ਕੇ ਇੱਕ ਗੱਲ ਸਮਝਣ ਵਾਲੀ ਹੈ ਕਿ ਜਿਹੜਾ ਬੰਦਾ ਆਪਣੇ ਆਪੇ ਨੂੰ ਜਾਣਦਾ ਨਹੀਂ ਹੈ, ਆਪਣੇ ਆਪ ਨਾਲ ਜੁੜਿਆ ਨਹੀਂ, ਜੋਗ ਰਾਹੀਂ ਪ੍ਰਾਣਾਂ ਨੂੰ ਜਿਹੜੇ ਨੇ ਨਹੀਂ ਜਾਣਿਆ, ਉਹ ਪ੍ਰਾਣਾਂ ਨੂੰ ਦਾਨ ਵੀ ਨਹੀਂ ਕਰ ਸਕਦਾ, ਉਹ ਆਪਣੀ ਜਾਨ ਆਏ ਨਹੀਂ ਤਿਆਗ ਸਕਦਾ। ਇਸ ਤਰ੍ਹਾਂ ਕਰਕੇ ਉਹਨਾਂ ਨੇ ਆਪਣੇ ਪ੍ਰਾਣਾਂ ਦੀ ਅਰਦਾਸ ਕਰ ਦਿੱਤੀ ਤੇ ਉਹ ਬੱਚਾ ਜਿਉਂਦਾ ਹੋ ਗਿਆ। ਤਾਂ ਸਿੰਘਾਂ ਨੇ ਕਿਹਾ ਕਿ ਪਾਤਸ਼ਾਹ ਬੱਚਾ ਜਿਉਂਦਾ ਹੋ ਗਿਆ। ਤਾਂ ਮਹਾਰਾਜ ਕਹਿੰਦੇ ਭਾਈ ਉਹ ਤਾਂ ਹੋ ਗਿਆ, ਤੁਸੀਂ ਦੇਖੋ ਆਪਣੇ 'ਚ ਕਿਹੜਾ ਨਹੀਂ ਰਿਹਾ। ਜਦੋਂ ਇਹ ਵੇਖਿਆ ਤਾਂ ਕਹਿੰਦੇ ਜੀ ਭਾਈ ਭਗਤੂ ਦਾ ਪੁੱਤਰ ਜੀਵਨ ਆਪਣੇ ਪਿਤਾ ਦੀ ਸਮਾਧ ਕੋਲ ਚਾਦਰਾ ਲਈ ਪਿਆ। ਜਾ ਕੇ ਸਿੰਘਾਂ ਨੇ ਦੇਖਿਆ ਕਿ ਉਹਦੇ ਪ੍ਰਾਣ ਪਖੇਰੂ ਉੱਡ ਚੁੱਕੇ ਸੀ। ਤਾਂ ਸਤਿਗੁਰੂ ਕੁਝ ਚਿਰ ਖਾਮੋਸ਼ ਹੋਏ, ਫਿਰ ਕਿਹਾ ਕਿ ਸਿੰਘੋ ਆ ਦੇਖੋ, ਤੁਹਾਡੀ ਜਿੱਦ ਨੇ ਇੱਕ ਹੀਰਾ ਪੁੱਤਰ ਜਿਹੜਾ ਆਇਆ ਦਰਸ਼ਨ ਕਰਨ, ਸਾਡੇ ਬਚਨਾਂ ਕਰਕੇ ਉਹਨੂੰ ਪ੍ਰਾਣ ਦੇਣੇ ਪੈ ਗਏ। ਅੱਗੇ ਤੋਂ ਕਦੇ ਵੀ ਇਹ ਜੀ ਜਿੱਦ ਵਾਲੀ ਅਰਦਾਸ ਗੁਰੂ ਘਰ 'ਚ ਨਹੀਂ ਕਰਨੀ, ਕਿਉਂਕਿ ਗੁਰਸਿੱਖ ਬੜੇ ਪਰੇ ਤੋਂ ਪਰੇ ਹੁੰਦੇ ਨੇ, ਆਪਦੇ ਗੁਰੂ ਦੇ ਬਚਨ ਤੋਂ ਜਾਨ ਕੁਰਬਾਨ ਕਰਨ ਲਈ ਤਿਆਰ ਹੀ ਹੁੰਦੇ ਨੇ। ਇਹ ਚੀਜ਼ ਨੂੰ ਸਮਝੀਏ। ਤਾਂ ਸਤਿਗੁਰੂ ਬਚਨ ਕਰਦੇ ਨੇ कि पता करो उस जीवन दे नाल कौन आया। जिहड़ी संगत नाल गई सी उन्हें बेनती की, सतगुरु असी नाल आए हाँ, इहदा विआह होए नूं 2 साल होए सी, इहदे घर वाली घर ही आ, पिंड आ, उहदे बच्चा होण वाला। तां सतगुरु ਸਿੰਘਾਂ ਨੂੰ सादे ने, ਉਹ नाल दीआं जिहड़ियां माइयां उन्हां नूं कहिंदे ने, एक सरोपा ते एक पतासा दिंदे ने कि आ लैके जाओ साडे वल्लों। वो बीबी नूं जाके कहना कि बिल्कुल भी रोना नहीं, बिरलाप नहीं करना, ये करते पुरख दा भाणा है, इहनूं सत करके मनना। तेरे पेटों जिहड़ा पैदा होऊगा उहदा नाम संत दास रखी, वो हज़ारां ही वधूगा, साडा यह बचन है। ये कह के तोर दिंदे ते गुरसिख घर आउंदे ने, पुछो आके दसदे ने माई वीरों नूं जो भाई भगतू की दूसरी पत्नी है कि माता तेरा पुੱਤ ਜਿਹੜਾ दर्शन ਕਰਨ ਗਿਆ ਸੀ ਉੱਥੇ ਆ ਘਟਨਾ ਵਾਪਰੀ। ਉਹ ਸੂਰਮਾ ਆਪਣੇ ਪ੍ਰਾਣ ਦਾਨ ਕਰਕੇ ਚਲਾ ਗਿਆ ਸੱਚਖੰਡ ਨੂੰ। ਸਤਿਗੁਰਾਂ ਦਾ ਬਚਨ ਹੈ ਕਿ ਤੇਰੀ ਨੂੰਹ ਦੇ ਪੇਟੋਂ ਜਿਹੜਾ ਬੱਚਾ ਪੈਦਾ ਹੋਊ ਉਹ ਹਜ਼ਾਰੇ ਹੀ ਵਧੂ, ਨਾਮ ਸੰਤ ਦਾਸ ਰੱਖਣਾ। ਤਾਂ ਮਾਤਾ ਨੇ ਝੋਲੀ ਅੱਡ ਲਈ। ਉਹਨੇ ਤਾਂ ਪਹਿਲਾਂ ਹੀ ਬਹੁਤ ਵੱਡਾ ਸਬਰ ਸੀ, ਉਹ ਤਾਂ ਜਤ ਸਤ ਦੀ ਮੂਰਤ ਸੰਸਾਰ ਦੇ ਵਿੱਚ ਆਈ ਨਾਮਦਾਨ ਲੈ ਕੇ ਸੀ। ਆਪਣੀ ਨੂੰਹ ਨੂੰ ਸਮਝਾਇਆ, ਨੂੰਹ भी उसे सबर वाली, उन्हें उन्होंने सिर मत्थे मन्निया भाणे नूं, ते बाद च बच्चा पैदा होया संत दास। यही संत दास जदों जवान होया तां माई वीरों ने भाई गौरे नूं कहा कि भाई गौरे तेरा भतीजा जवान हो गया, इहदा भी आपां हुण घर वसाईए, इहदा पिंड बन्नीए, दसो कित्थे बन्नीए। इतिहास दे विच आउंदा है कि गौरा कहंदा मां पुच्छो तो लैके झंडूकिया तक दा रकबा मेरे भरा दा, ਜਿਹੜੀ जगह ਤੈਨੂੰ पसंद है ਵਧੀਆ लगती है उस जगह ਇਹਦਾ पिंड बन दे। माई वीरो सारे इलाके का गेड़ा घोड़े ते चढ़ के लाउंदे आ जगह जिथे आपां बैठे हैं, ये भागां वाली जगह 1650 के नेड़ इत्थे माता आउंदे आ ते ये चक पाउंदे आ ते बुरज बनाउंदे आ। पहला मकान इस पिंड का ये बुरज बनिया, जिहदा नाम भाई भगतू के नाम ते भाई का चक रखा गया। इत्थे बसना शुरू किया
संत दास दा ब्याह कीता। जेठू के पिंड दी कुड़ी बाबा जेठू सिंह दी लड़की जिहदा नाम बीबी देसा, ਉਹਨੂੰ ਵਿਆਹ के माई ਵੀਰੋਂ लैके आउंदी आ। समा सोहना गुजरदा जांदा। उस तो बाद अगे रिश्तेदारियां चों रिश्ते आए हुंदे रहिंदे। कोई रिश्तेदारी चों रिश्ता आया कि दूसरे माता जो ढिलमा मौड़ां दे सीगे उन्हां दा रिश्ता होया। तीसरे माता भी इन्हां पिंडां 'ਚ सी। 3 ਵਿਆਹ संत दास दे होए। एक ਵਿਆਹ दी माता दे राम सिंह फतेह सिंह 2 बेटे होए। एक ਵਿਆਹ दी माता दे बख्त सिंह तख्त सिंह 2 बेटे होए। 4 बेटे इस खानदान दे विच ते माई देसां दे अपना कोई बच्चा नहीं सीगा। इस तरह ये हालात चलते रहंदे ने। माई देसां भाई संत दास दे नाल साहिबे कमाल गुरु गोबिंद सिंह साहब महाराज पातशाह दे दर ते जांदी है। 2-2 महीने 3-3 महीने उत्ते रह के सेवा करके आउंदे आ। आनंद माणदे आ खुशियां दा। पातशाह जो साधनावां उत्थे कराउंदे ने गुरसिखां नूं। ये गल असीं इत्थे जाण लईए कि असीं 2 गल्लां 'ਚ ही गल निबेड़न लागे कि फलाना ने सिੱਖੀ ਦਾ प्रचार किया ਜਾਂ सतगुरां ने सिੱਖੀ ਦਾ प्रचार किया। सिੱਖੀ है कि सिੱਖੀ ਨੂੰ ਜਾਣਨਾ ਅਸੀਂ ਕਿਵੇਂ ਆ, ਉਹਦੇ ਨਾਲ ਜੁੜਨਾ ਕਿਵੇਂ ਆ, ਉਹ ਵਿਚਾਰਾਂ ਅਸੀਂ ਸਾਡੀ ਦਿੱਤੀਆਂ। ਸਤਗੁਰਾਂ ਵੇਲੇ ਇਹ ਸੀਗਾ ਕਿ ਸਤਗੁਰੂ ਕਈ ਮਹੀਨੇ ਸੰਗਤਾਂ ਨੂੰ ਰੱਖਦੇ ਤੇ ਅਸੀਂ ਸਤਗੁਰੂ ਧਾਰਨ ਕਦੋਂ ਕਰਦੇ ਆ? ਜਦੋਂ ਅਸੀਂ ਇਹ ਚਾਹੁੰਦੇ ਆ ਕਿ ਮੈਂ ਕਰਤੇ ਪੁਰਖ ਨਾਲ ਜੁੜਨਾ ਚਾਹਣਾ ਹੈ, ਆਪਣੇ ਆਪ ਨੂੰ ਜਾਣਨਾ ਚਾਹਣਾ, ਤੇ ਉਦੋਂ ਹੀ ਅਸੀਂ ਗੁਰੂ ਧਾਰਨ ਕਰਕੇ ਗੁਰੂ ਦੇ ਸਿੱਖ ਬਣਦੇ ਆ। ਪ੍ਰਗਟ ਹੁੰਦੀ ਹੈ, ਪਾਤਸ਼ਾਹ ਕਿਰਪਾ ਕਰਦੇ ਆ ਤਾਂ ਮਾਤਾ ਦੇਸਾਂ ਉੱਥੇ ਸਾਹਿਬਜ਼ਾਦਿਆਂ ਨੂੰ ਵੀ ਖਿਡਾਉਂਦੇ ਆ, ਉਹਨਾਂ ਦੀ ਸੇਵਾ ਕਰਦੇ ਆ। ਮਾਤਾ ਗੁਜਰ ਕੌਰ ਦੀ, ਮਾਤਾ ਸਾਹਿਬ ਕੌਰ ਨਾਲ ਬਹੁਤ ਪਿਆਰ ਹੈ, ਮਾਤਾ ਸੁੰਦਰ ਕੌਰ ਨਾਲ ਬਹੁਤ ਪਿਆਰ ਹੈ। ਇਸ ਤਰ੍ਹਾਂ ਜਾਂਦੇ ਰਹਿੰਦੇ ਆ। ਪਰ ਇੱਕ ਸਮਾਂ ਆਇਆ ਕਿ ਬਾਬਾ ਸੰਤ ਦਾਸ ਚੜ੍ਹਾਈ ਕਰ ਗਿਆ। ਜਦੋਂ ਹੀ ਚੜ੍ਹਾਈ ਕਰ ਗਿਆ ਤਾਂ ਪਰਿਵਾਰ ਜਿਵੇਂ ਹਾਲਾਤ ਬਦਲ ਜਾਂਦੇ ਆ। ਜਦੋਂ ਘਰ ਵਾਲਾ ਨਾ ਰਹੇ ਤਾਂ ਔਰਤ ਦੀ ਜ਼ਿੰਦਗੀ ਕੋਈ ਜ਼ਿੰਦਗੀ ਨਹੀਂ ਰਹਿੰਦੀ। ਉਹ ਤਾਂ ਸਮਾਂ ਵੀ ਉਹ ਸੀ ਜਦੋਂ ਘਰ ਵਾਲੇ ਦੇ ਗੁਜ਼ਰਨ ਤੋਂ ਬਾਅਦ ਕੋਈ ਨਾ ਵਿਆਹ ਸ਼ਾਦੀ ਜਾ ਸਕਦਾ, ਨਾ ਰਿਸ਼ਤੇਦਾਰੀ 'ਚ ਜਾ ਸਕਦਾ, ਸਿਰਫ ਇੱਕ ਚਿੱਟੇ ਕੱਪੜੇ ਪਾ ਕੇ ਘਰ ਘਰ ਹੀ ਰਹਿਣਾ। ਤੇ ਮਾਤਾ ਦੇਸਾਂ ਨੂੰ ਵੀ ਇਹੀ ਆਦੇਸ਼ ਹੋਇਆ। ਮਾਤਾ ਜੀ ਨੂੰ ਅੱਡ ਕਰ ਦਿੱਤਾ ਗਿਆ। ਰਾਮ ਸਿੰਘ ਫਤਿਹ ਸਿੰਘ ਨੇ ਇੱਧਰਲਾ ਹਿੱਸਾ ਕੋਲ ਰੱਖਿਆ, ਵਿੱਚ ਕੰਧ ਕਰ ਦਿੱਤੀ ਘਰ ਦੇ। ਬਖਤ ਸਿੰਘ ਤਖਤ ਸਿੰਘ ਨੇ ਪਰਲਾ ਹਿੱਸਾ ਕੋਲ ਰੱਖਿਆ, ਵਿੱਚ ਕੰਧ ਕਰ ਦਿੱਤੀ। ਇਹ ਇਕੱਲੀ ਕੋਠੜੀ ਉੱਪਰ ਚਵਾਰਾ ਜਿਹੜਾ ਤਿੰਨੇ ਘਰ ਸਾਂਝਾ ਵਰਤਦੇ ਸੀ, ਥੱਲੇ ਬੁਰਜ ਜਿਹੜਾ ਅੱਜ ਵੀ ਆਪਾਂ ਵੇਖਦੇ ਹਾਂ, ਉਹਦੇ ਅੱਗੇ ਇੱਕ ਕਮਰਾ ਛੋਟਾ ਜਿਹਾ ਹੋਰ ਸੀ। ਇਹ ਮਾਈ ਦੇਸਾਂ ਨੂੰ ਮਿਲਿਆ। ਮਾਈ ਦੇਸਾਂ ਇੱਥੇ ਰਹਿੰਦਿਆਂ ਜੋ ਦਾਤ ਗੁਰੂ ਤੋਂ ਲੈ ਕੇ ਆਏ ਸੀ ਉਹ ਦਾਤ ਤੇ ਧਿਆਨ ਦਿੰਦੇ, ਸਿਮਰਨ ਕਰਦੇ, ਪਾਤਸ਼ਾਹ ਦੀ ਯਾਦ ਦੇ ਵਿੱਚ ਗਾਉਂਦੇ ਰਹਿੰਦੇ। ਉੱਚੀ ਉੱਚੀ ਗਾਉਣਾ, ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ, ਇਹ ਯਾਦਾਂ ਦੇ ਵਿੱਚ ਹਰ ਵੇਲੇ ਜੁੜੇ ਰਹਿੰਦੇ। ਤੇ ਇੱਕ ਬੇਨਤੀ ਕਰਦੇ, ਅਕਾਲ ਪੁਰਖ ਮੇਰੇ ਗੁਰੂ ਤੱਕ ਮੇਰੀ ਬੇਨਤੀ ਪਹੁੰਚਾ ਦੇ। ਮੈਂ ਇੱਥੋਂ ਜਿਉਂਦੇ ਜੀ ਉਹਨਾਂ ਚਿਰ ਜਾਣਾ ਨਹੀਂ ਚਾਹੁੰਦੀ ਜਿੰਨਾ ਚਿਰ ਮੇਰਾ ਗੁਰੂ ਮੈਨੂੰ ਮਿਲ ਨਹੀਂ ਲੈਂਦਾ। ਮੇਰਾ ਸਤਿਗੁਰੂ ਮੇਰੇ ਘਰ ਆ ਕੇ ਮੈਨੂੰ ਮਿਲ ਜੇ, ਉਹ ਤੋਂ ਬਾਅਦ ਮੈਂ ਜੀਵਨ ਮੁਕਤ ਹੋ ਕੇ ਜਾਵਾਂ। ਇਹ ਅਰਦਾਸ ਕਰਦੀ ਰਹਿੰਦੀ। ਤਾਂ ਪਿੰਡ ਦੀ ਇੱਕ ਬੀਬੀ ਅਤੀਸੋ, ਉਹ ਆਉਂਦੀ ਆ ਮਾਤਾ ਕੋਲ ਰੋਜ਼ਾਨਾ। ਮਾਤਾ ਦੇ ਨਾਲ ਉਹਦੀ ਸੇਵਾ ਕਰਦੀ ਆ, ਕੱਪੜੇ ਸਾਫ਼ ਕਰਾਉਂਦੀ ਆ, ਝਾੜੂ ਲਾਉਂਦੀ ਆ। ਪਿੰਡ 'ਚੋਂ ਜੋ ਗੱਲ ਸੁਣ ਕੇ ਆਉਂਦੀ ਆ ਕਿ ਸੁਣਿਆ ਅਨੰਦਪੁਰ ਸਾਹਿਬ ਤਾਂ ਜੰਗ ਲੱਗੀ ਹੋਈ ਆ, ਅੱਜ ਆ ਹੋ ਗਿਆ, ਅੱਜ ਉਹ ਰੋਜ਼ਾਨਾ ਜੋ ਖਬਰਾਂ ਮਿਲਦੀਆਂ, ਕੋਈ ਉੱਧਰੋਂ ਇਲਾਕੇ 'ਚੋਂ ਗੁਰਮੁਖ ਆ ਕੇ ਦੱਸਦਾ ਕਿ ਅਨੰਦਪੁਰ ਸਾਹਿਬ ਤਾਂ ਬਿਲਕੁਲ ਉਜਾੜ ਪਿਆ, ਸਤਿਗੁਰੂ ਤਾਂ ਉੱਥੋਂ ਜਾ ਚੁੱਕੇ ਆ, ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ 'ਚ ਸ਼ਹੀਦ ਹੋ ਗਏ, ਛੋਟੇ ਸਰਹੰਦ 'ਚ ਸ਼ਹੀਦ ਕਰ ਦਿੱਤੇ, ਪਾਤਸ਼ਾਹ ਤਾਂ ਇੱਧਰ ਮਾਲਵੇ ਵੱਲ ਨੂੰ ਆਏ ਹੋਏ ਆ, ਪਤਾ ਨਹੀਂ ਕਿੱਥੇ ਆ। ਤਾਂ ਮਾਤਾ ਫੇਰ ਅਰਦਾਸ 'ਚ ਜੁੜ ਜਾਂਦੇ ਆ। ਬਰਾਗ ਆਉਂਦਾ ਕਿ ਜਿੱਥੇ ਐਡਾ ਵੱਡਾ ਰਾਜ ਭਾਗ, ਕਲਗੀਆਂ ਲੱਗੀਆਂ, ਐਡੇ ਐਡੇ ਚੰਦੋਏ ਲੱਗੇ, ਸਤਿਗੁਰੂ ਬਿਰਾਜਮਾਨ ਹੁੰਦੇ, ਅੱਜ ਕਿੱਥੇ ਹੋਣਗੇ। ਉਹ ਸੋਚ ਸੋਚ ਕੇ ਚਿੱਤ 'ਚ ਬਰਾਗ ਕਰਦਾ ਤੇ ਨਾਲ ਹੀ ਬੇਨਤੀ ਕਰਨੀ, ਸਤਿਗੁਰੂ ਤੁਸੀਂ ਤਾਂ ਜਾਣੀ ਜਾਣੋ, ਮੈਨੂੰ ਤਾਂ ਨਹੀਂ ਪਤਾ ਤੁਸੀਂ ਕਿੱਥੇ ਹੋ, ਤੇ ਜੇ ਪਤਾ ਵੀ ਲੱਗ ਗਿਆ ਮੈਂ ਤਾਂ ਵੀ ਨਹੀਂ ਆ ਸਕਦੀ, ਤੁਸੀਂ ਆ ਸਕਦੇ ਹੋ। ਪਾਤਸ਼ਾਹ ਕਿਰਪਾ ਕਰਿਓ, ਮੇਰੇ ਨਿਮਾਣੀ ਦੇ ਘਰ ਆਇਓ, ਨਿਮਾਣੀ ਦਾ ਮਾਣ ਰੱਖਿਓ। ਇਹੀ ਇੱਕ ਅਰਜ਼ ਕਰਨੀ ਤਾਂ ਨਾਮ ਦੇ ਵਿੱਚ ਜੁੜ ਜਾਣਾ। ਜੁੜ ਕੇ ਵੀ ਇਹੀ ਬੇਨਤੀ ਕਰਦੇ ਰਹਿਣਾ, ਕਰਤੇ ਪੁਰਖ ਦੇ ਦਰ ਦਾ ਆਨੰਦ ਮਾਣਨਾ। ਤਾਂ ਉਹ ਵੇਲਾ ਆ ਗਿਆ। ਪਾਤਸ਼ਾਹ ਮੁਕਤਸਰ ਸਾਹਿਬ ਦੀ ਜੰਗ ਤੋਂ ਵਿਹਲੇ ਹੋ ਕੇ ਦਮਦਮਾ ਸਾਹਿਬ ਆ ਜਾਂਦੇ ਆ। ਦਮਦਮਾ ਸਾਹਿਬ ਆ ਕੇ ਬਿਰਾਜਦੇ ਆ। ਮਾਤਾ ਹੋਰਾਂ ਨੂੰ ਪਤਾ ਲੱਗਦਾ ਦਿੱਲੀ ਕਿ ਪਾਤਸ਼ਾਹ ਨੇ ਹੁਣ ਟਿਕਾਣੇ ਤੇ ਬੈਠੇ ਨੇ, ਭਾਈ ਡੱਲ ਸਿੰਘ ਦੇ ਰਾਜ ਵਿੱਚ ਬੈਠੇ ਨੇ, ਉਹਦੇ ਘਰ
ਜਿੱਥੇ कि मुगल फौज का कोई डर नहीं है, तो उत्थे टिकणगे हले साल 2 साल आपां चल के मिलीए। तो माता साहिब कौर माता सुंदर कौर रथ ते आउंदे ने, आके मिलाप हुंदा। वो बेला जदों आके पुछदे ने कि साडे पुत्र कित्थे आ, तो सतगुरु ये बचन करते हैं कि इन पुत्र के सीस पर बार दिए सुत चार, चार मूए तो क्या हुआ जीवत कई हजार। तो सानू माण बख्शिया लोकां नू अपने पुत्र कहा, साडी खातर कुरबानियां कीतियां। तो सतगुरु वो बेड़ा जदों हुंदा तो इत्थों राम एक बाबा दयाल दास जांदा, भाई कहंदी अंश दे विचों भाई भगतू दा पड़पोता। पातशाह कहंदे ने कि दयाल दास खंडे दी पौल छक, अमृत छक लै, खंडे दी पौल लै, तैयार पर तैयार सिंह बन। तो दयाल दास कह दिंदा, महाराज बजुर्ग जे हो चुके हैं, मैनू तो यह औखा लगता, साडे तो घरे पहले ही सिक्खी है गुरु रामदास के वेले तो, मैनू बख्शो, मैं संत सिपाही वाली ड्यूटी नहीं निभा सकता, बड़ी करड़ी ड्यूटी है। तो चलो सतगुरु कहते ने कोई गल नहीं, समा आवेगा, तू तो गोडनियां रगड़ के साडे सिंघां तो दात मंगेगा। थोड़े नाराज हुंदे आ पातशाह, तो इत्थे पता लगता इलाके च माता देसां नूं बड़ा दुख हुंदा कि भाई भगतू का अंश बंश हो के अज बेमुख हो के आ गया, मेरे बच्चा हुंदा तो मैं लैके जांदी। तो चारे भाई रह करते ने, जिन्हां दे नां रामा फत्ता बख्ता तख्ता नाम हुंदे आ, जाके अरदास करते आ, पातशाह साडा ताया बजुर्ग है, ਉਹਦੀ गलती की माफ़ी असी मंगते हैं, साढ़े ते कृपा करो। तो सतगुरु खंडे की पौल छकाउंदे आ, अमृत की दात बख्शिश करते आ, नाम भाई राम सिंह, भाई फतेह सिंह, भाई भगत सिंह, भाई तख्त सिंह नाम रखते आ। ते ओदी खुशी दे नाल कहंदे ने, राम सिंह चल के तैयारियां करो, असी तुहाडे नगर आउणा, सानू कोई बरागण रूह चेते करदी है। ये गल सुन के राम सिंह एक बार कहंदा कि पातशाह बहुत ज़्यादा गर्मी है, जेठ का महीना, साडे तां निक्के निक्के घर ने मिट्टी दे घरौंदे, तुसीं सहनसाओ, ठहरोगे कित्थे। तां पातशाह समझ जांदे आ कि अंदर दी परेशानी सामने आउंदी है, कि हुंदा ही है कि जदों कोई एडी वड्डी हस्ती सतगुरु पिता आउंदे आ तां उहनूं लगदा राम सिंह नूं। तां पातशाह कहंदे तैनूं टाइम दिता, तू जाके तैयारियां कर ला। ते राम सिंह आके तैयारी करदा, जिथे अज मंजी साहब बनया होया उत्थे एक छपड़ी सी, उहदे लामी 10-15 बोड़ पिपल इस तरह के निम के दरख्त, बहुत सोहना माहौल, उत्थे काठ का बंगला तैयार हुंदा, सारा नगर रल के सेवा करदा। जदों पातशाह दे रहण जोगो जगह बन जाती है तो इत्थों चारे भाई जांदे ने, जाके अरदास करदे आ, पातशाह साडे वल्लों तैयारी है, तुसीं किरपा करो। तो जो कल वाला दिन सी 18 जेठ का, इस दिन पातशाह तो चाले पाउंदे 1706 ईस्वी 18 जेठ वाले दिन, ते इन्हां सिंघां दा काफला अगे अगे आउंदा, पातशाह दा काफला पिछे पिछे आई जांदा, ते सिंह अपने नगर दे विच पातशाह नूं लैके आउंदे आ। आके पातशाह जगह बराजदे आ, बड़े ही खुश हुंदे आ, रमणीक जगह, बड़ियां ठंडियां हवावां हुंदियां, पानी छिड़किया होया सारे पासी दूर ताईं। ते महाराज मुस्कुरा के कहंदे आ, कहंदे राम सिंह एवें फिक्र करी जांदा सैं, सानू तो यह बड़ा चंगा इलाका लगदा, सानू तो जमुना के किनारे वांग महसूस होया, सानू तो साडे पौंटा साहब वांगू लगदा। ते उत्थे बचन कीता, छप्पड़ समझी ना इसनूं फतेह सिंघा, ये तां पौंटे साहब दा ताल भाई, एडा वड्डा खिताब सतगुरां ने बख्शिश कीता। खुश हो के पहली रात उत्थे बराजे। इधर माता नूं खिच पैंदी आ, बीबी अतीसो दसदी है कि सतगुरु मेरा दिल कहता कि इत्थे आउणगे जरूर, आपां दर्शन करांगे, जो खेस आपां दोनों भैणां ने बुणिया तू ही करदे आपां भेंट जरूर करांगे। ते दूसरे दिन पातशाह तैयारी करके आउंदे आ, सिंघां दे जकारियां दी आवाज़ सुणदे आ, तां माता सचेत हो के बांह ते खेस रख के खड़ जांदे आ तख्तिआं नाल। जदों पातशाह इत्थे आउंदे आ, बिल्कुल बूहे दे अगे आके पातशाह घोड़ा रोक लैंदे आ। राम सिंह कहंदे महाराज साडा घर तां अगे आ, अगे आ जाओ। सूरज प्रकाश का करता कहता कि पातशाह कहंदे राम सिंह तेरा भाई अगे होना, साडा तां आ गया जिथे असी आउणा। ये कह के उतरदे आ, बूहा खोलदे आ तां माता जी खड़े हुंदे आ। ਉਹ ਸੈਨਸਾ ਜਿਹਨੂੰ ਸਾਹ ਸਾਹ ਦੇ ਨਾਲ ਮਾਤਾ ਨੇ ਯਾਦ ਕੀਤਾ, ਉਹ ਗੁਰੂ ਪਿਤਾ ਅੱਜ ਸਾਹਮਣੇ ਖੜਾ, ਦੁੱਖਾਂ ਨੂੰ ਸੁਣਨ ਵਾਲਾ, ਦੁੱਖਾਂ ਨੂੰ ਹਰਨ ਵਾਲਾ, ਉਹ ਦਾਨੀ ਪਿਤਾ ਸਾਹਮਣੇ ਸੀਗਾ।
ਤਾਂ ਮਾਤਾ ਚਰਨਾਂ ਤੇ ਡਿੱਗੇ ਢੱਠੇ, ਹੰਝੂਆਂ ਨਾਲ ਚਰਨ ਧੋ ਦਿੱਤੇ। ਤਾਂ ਪਾਤਸ਼ਾਹ ਨੇ ਮੋਢਿਆਂ ਤੋਂ ਫੜ ਕੇ ਮਾਤਾ ਨੂੰ ਖੜੀ ਕੀਤਾ ਔਰ ਕਿਹਾ, ਦੇਸਾਂ ਮਾਈ ਤੇਰੀ ਸਾਈਂ ਦਰ ਸਮਾਈ, ਅਕਾਲ ਪੁਰਖ ਸਹਾਈ। ਮਾਤਾ ਜੀ ਅੱਜ ਅਸੀਂ ਇੱਥੇ ਆਏ ਆ ਤੇਰੇ ਪਿਆਰ ਕਰਕੇ, ਤੇਰੇ ਪ੍ਰੇਮ ਕਰਕੇ ਆਏ ਆ, ਤੂੰ ਬਰਾਗ ਕਿਉਂ ਕਰਦੀ ਆ? ਲਿਆ ਸਾਡੀ ਨਿਸ਼ਾਨੀ ਜਿਹੜੀ ਤੂੰ ਹੀ ਕਰਦਿਆਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਤੂੰ ਬੁੜੀ ਆ। ਮਾਤਾ ਦੇਖਦੀ ਹੈ ਕਿ ਮੈਂ ਮੱਥਾ ਟੇਕ ਲਿਆ ਪਰ ਖੇਸ ਮੈਂ ਟੇਕਿਆ ਹੀ ਨਹੀਂ। ਤੇ ਗਰਦ ਨੇ ਬਾਂਹ ਤੋਂ ਲਾਉਂਦੀ ਆ ਖੇਸ, ਪਾਤਸ਼ਾਹ ਨੂੰ ਪੇਸ਼ ਕਰ ਦਿੰਦੀ ਹੈ। ਤਾਂ ਪਾਤਸ਼ਾਹ ਬੜੀ ਖੁਸ਼ੀ ਦੇ ਨਾਲ ਉਹ ਖੇਸ ਦੀਆਂ ਤਹਿਆਂ ਖੋਲ੍ਹਦੇ ਆ, ਆਪਣੇ ਉੱਪਰ ਦੀ ਬੁੱਕਲ ਮਾਰ ਲੈਂਦੇ ਆ। ਇੰਨੀ ਗਰਮੀ ਦੇ ਦਿਨ ਵੀ ਇੰਨਾ ਮਾਣ ਬਖਸ਼ਿਆ ਆਪਣੇ ਪਿਆਰ ਲਈ ਕਿ ਸਾਡੇ ਨਾਲ ਪਿਆਰ ਆ ਤੇ ਅਸੀਂ ਤੁਹਾਡੀ ਨਿਸ਼ਾਨੀ ਨੂੰ ਵੀ ਪ੍ਰਵਾਨ ਕਰਦੇ ਹਾਂ। ਤੇ ਬਚਨ ਕੀਤਾ ਪ੍ਰਸ਼ਾਦ ਤੇਰੇ ਕੋਲ ਛਕਾਂਗੇ, ਮਾਤਾ ਪ੍ਰਸ਼ਾਦ ਤਿਆਰ ਕਰ, ਅਸੀਂ ਆਏ। ਇਹ ਕਹਿ ਕੇ ਰਾਮ ਸਿੰਘ ਨਾਲ ਜਾਂਦੇ ਆ। ਰਾਮ ਸਿੰਘ ਪਹਿਲੀ ਗਲਤੀ ਕਰ ਬੈਠਦਾ ਹੈ ਕਿ ਪੌੜੀ ਰਾਹੀਂ ਪਾਤਸ਼ਾਹ ਨੂੰ ਚੁਬਾਰੇ 'ਚ ਚੜਾਉਂਦਾ। ਤਾਂ ਪਾਤਸ਼ਾਹ ਵੇਖਦੇ ਨੇ ਕਿ ਬਖਤ ਸਿੰਘ ਦੇ ਘਰੋਂ ਵਧੀਆ ਕੱਚੀਆਂ ਪੌੜੀਆਂ ਆਉਂਦੀਆਂ ਤੇ ਰਾਮ ਸਿੰਘ ਨੇ ਸਾਨੂੰ ਇੱਧਰ ਦੀ ਚੜਾਇਆ ਪੌੜੀ ਰਾਹੀਂ। ਜਲ ਪਾਣੀ ਛਕਣ ਤੋਂ ਬਾਅਦ ਰਾਮ ਸਿੰਘ ਨੂੰ ਝਿੜਕਦੇ ਨੇ ਕਿ ਰਾਮ ਸਿਆਂ ਤੇਰੇ ਭਰਾ ਦੇ ਘਰੋਂ ਕਿੰਨੀਆਂ ਸੋਹਣੀਆਂ ਪੌੜੀਆਂ ਆਉਂਦੀਆਂ, ਸਾਨੂੰ ਤੂੰ ਉੱਧਰ ਦੀ ਕਿਉਂ ਨਹੀਂ ਲੈ ਕੇ ਆਇਆ? ਸਾਨੂੰ ਤੂੰ ਪੌੜੀ ਉੱਦੀ ਕਿਉਂ ਚੜਵਾਇਆ ਕਠਿਨ ਰਸਤੇ ਵਿੱਚ ਦੀ? ਤਾਂ ਰਾਮ ਸਿੰਘ ਮਾਫੀ ਮੰਗਦਾ ਕਿ ਸਤਿਗੁਰੂ ਮੈਥੋਂ ਭੁੱਲ ਹੋ ਗਈ। ਤਾਂ ਸਤਿਗੁਰੂ ਕਹਿੰਦੇ ਰਾਮ ਸਿਆਂ ਭੁੱਲ ਨਹੀਂ, ਤੁਸੀਂ ਅੰਮ੍ਰਿਤ ਜ਼ਰੂਰ ਛਕ ਲਿਆ, ਖੰਡੇ ਦੀ ਪੌਲ ਜ਼ਰੂਰ ਛਕ ਲਈ, ਪਰ ਜਿਹੜਾ ਈਰਖਾ ਦਾ ਭੂਤ ਆ ਨਾ, ਇਹ ਬੜੇ ਬੜੇ ਰਿਸ਼ੀਆਂ ਮੁਨੀਆਂ ਦੀ ਭਗਤੀ ਗਾਲ ਦਿੰਦਾ, ਉਹਨਾਂ ਨੂੰ ਵੀ ਸਿੱਟ ਲੈਂਦਾ। ਤੁਸੀਂ ਤਾਂ ਹਲੇ ਪਹਿਲੀ ਕਲਾਸ 'ਚ ਦਾਖਲ ਹੀ ਹੋਏ ਹੋ, ਤੁਰੇ ਵੀ ਨਹੀਂ, ਤੇ ਤੁਸੀਂ ਤੁਹਾਡੇ ਕੀ ਸਾਰੇ ਆ? ਇਹ ਈਰਖਾ ਨੂੰ ਦਿਲ 'ਚੋਂ ਕੱਢੋ, ਸਾਰੇ ਭਰਾ ਰਲ ਕੇ ਰਿਹਾ ਕਰੋ। ਆਓ ਉਸ ਮਾਂ ਕੋਲ ਚੱਲ ਗਏ ਜੋ ਨਿਮਾਣੀ ਸਾਨੂੰ ਹਰ ਵੇਲੇ ਚੇਤੇ ਕਰਦੀ ਆ। ਪਾਤਸ਼ਾਹ ਭਗਤ ਸਿੰਘ ਤਖਤ ਸਿੰਘ ਦੇ ਘਰੇ ਪੌੜੀਆਂ ਉਤਰਦੇ ਆ, ਉਹਨਾਂ ਨੂੰ ਮਾਣ ਬਖਸ਼ਦੇ ਆ। ਤਾਂ ਉੱਥੇ ਕੰਧ ਜਿਹੜੀ ਬੰਦ ਕੀਤਾ ਹੋਇਆ ਬਾਰ ਆ ਉਸ ਪਾਸਿਓਂ, ਉਹਨੂੰ ਪੈਰ ਦੇ ਜ਼ੋਰ ਨਾਲ ਸਿੱਟ ਕੇ ਕਹਿੰਦੇ ਆ, ਆ ਰਾਮ ਸਿਆਂ ਤੁਹਾਡੇ ਭਾਈ ਕਿਆਂ ਚੋਂ ਨਫ਼ਰਤ ਦੀ ਦੀਵਾਰ ਨੂੰ ਦੂਰ ਕਰਗੇ। ਤਾਂ ਰਾਮ ਸਿੰਘ ਨਾਲ ਹੀ ਅੰਦਰ ਆਉਂਦੇ ਆ ਤੇ ਜਾ ਕੇ ਪਾਤਸ਼ਾਹ ਜਦੋਂ ਪਲੰਘ ਕੋਲ ਜਾਂਦੇ ਆ, ਮਾਤਾ ਪ੍ਰਸ਼ਾਦਾ ਤਿਆਰ ਕਰਕੇ ਪਲੰਘ ਤੇ ਰੱਖ ਕੇ ਪੱਖੀ ਚੱਲ ਰਹੀ ਆ, ਬੜੇ ਪ੍ਰੇਮ ਨਾਲ ਸੁਰਤੀ 'ਚ ਹੀ ਵੇਖ ਰਹੀ ਆ ਕਿ ਪਾਤਸ਼ਾਹ ਛਕ ਰਹੇ ਆ। ਤੇ ਪਾਤਸ਼ਾਹ ਸੱਚੀ ਮਿੱਚੀ ਜਾ ਕੇ ਬਹਿ ਜਾਂਦੇ ਆ ਪਲੰਘ ਤੇ, ਬੁਰਕੀ ਤੋੜ ਕੇ ਛਕਦੇ ਆ। ਤਾਂ ਕਹਿੰਦੇ ਆ ਮਾਤਾ ਲਿਆ ਪਾਣੀ। ਜਦੋਂ ਇੰਨੀ ਗੱਲ ਕਹਿੰਦੇ ਆ ਤਾਂ ਨੇਤਰ ਖੁੱਲ੍ਹਦੇ ਆ, ਉਹ ਸਾਹੇ ਸੈਨਸਾ ਸਾਹਮਣੇ ਬੈਠੇ ਆ, ਪ੍ਰਸ਼ਾਦ ਛਕ ਰਹੇ ਆ। ਉਹ ਅਗੰਮੀ ਦ੍ਰਿਸ਼ ਜਿਹੜੇ ਵਾਸਤੇ ਕਦੇ ਸਾਰੀ ਜ਼ਿੰਦਗੀ ਆਪਾਂ ਸੋਚਦੇ ਰਹਿੰਦੇ ਆ ਕਿ ਕੋਈ ਵੇਲਾ ਆਊਗਾ, ਸਾਡਾ ਗੁਰੂ, ਸਾਡਾ ਸਤਿਗੁਰੂ, ਸਾਡਾ ਸੱਜਣ ਸਾਡੇ ਸਾਹਮਣੇ ਹੋਊਗਾ ਤੇ ਅਸੀਂ ਇਸ ਤਰ੍ਹਾਂ ਸੇਵਾ ਕਰਾਂਗੇ। ਬੜੇ ਉੱਚੇ ਭਾਗਾਂ ਵਾਲੇ ਲੋਕਾਂ ਨੂੰ ਇਹੋ ਜਿਹੇ ਮੌਕੇ ਮਿਲਦੇ ਆ। ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਕੋਲ ਬਰਾਜ ਜਾਂਦੇ ਆ, ਸਤਿਗੁਰਾਂ ਦੀ ਹਜ਼ੂਰੀ 'ਚ ਬਹਿ ਕੇ ਉਹਨਾਂ ਦੇ ਮੁਖਾਰਬਿੰਦ ਤੋਂ ਕੀਤੇ ਬਚਨ ਸੁਣਦੇ ਆ। ਤਾਂ ਉੱਥੇ ਸਤਿਗੁਰੂ ਕਹਿੰਦੇ ਨੇ ਕਿ ਭਾਈ ਮਾਂ ਦਾ ਰਿਸ਼ਤਾ ਰਾਮ ਸਿਆਂ ਸਭ ਤੋਂ ਵੱਡਾ। ਜਿਹੜਾ ਰਿਸ਼ਤਾ ਤੁਸੀਂ ਖੁਦ ਚੁਣਿਆ ਹੁੰਦਾ ਮਾਂ ਨੂੰ, ਮਾਂ ਦੀ ਜਿਹੜਾ ਬੰਦਾ ਕਦਰ ਨਹੀਂ ਨਾ ਕਰਦਾ, ਉਹ ਇਹ ਨਾ ਸਮਝੇ ਕਿ ਗੁਰੂ ਦੇ ਦਰ ਤੇ ਮੈਂ ਪ੍ਰਵਾਨ ਹੋ ਜਾਊਗਾ। ਉਹ ਗੁਰੂ ਦੇ ਦਰ ਪ੍ਰਵਾਨ ਨਹੀਂ ਹੋ ਸਕਦਾ, ਕਿਉਂ ਕਰਤੇ ਪੁਰਖ ਦੀ ਕੀਤੀ ਹੋਈ ਚੋਣ ਜਿਹਦੀ ਕੁੱਖ ਰਾਹੀਂ ਤੁਸੀਂ ਸੰਸਾਰ ਤੇ ਜਨਮ ਲਿਆ, ਬੇਸ਼ੱਕ ਉਹ ਕਿਹੋ ਜਿਹੀ ਵੀ ਹੋਵੇ, ਉਹਦੀ ਸੇਵਾ ਕਰਨੀ ਤੁਹਾਡਾ ਫਰਜ਼ ਆ। ਇਹ ਤਾਂ ਮਾਂ ਹੈ ਹੀ ਬੰਦਗੀ ਦਾ ਘਰ। ਇਹਨੇ ਤਾਂ ਬੰਦਗੀ ਕਰ ਕਰਕੇ ਇੰਨੀ ਪਵਿੱਤਰਤਾ ਹਾਸਲ ਕਰ ਲਈ ਆ ਕਿ ਇਹਨੇ ਫੁਰਨਾ ਬਣਾਇਆ ਕਿ ਦਸ਼ਮੇਸ਼ ਪਿਤਾ ਆ ਜਾਣ, ਅਸੀਂ ਆ ਕੇ ਹਾਜ਼ਰ ਹੋ ਗਏ ਆ। ਇੰਨੀਆਂ ਸ਼ਕਤੀਆਂ ਆ ਚੁੱਕੀਆਂ ਜਾਪ ਕਰ ਕਰਕੇ, ਧਿਆਨ ਕਰ ਕਰਕੇ, ਕਿ ਜੇ ਇੱਕ ਵਾਰੀ ਵੀ ਤੁਹਾਡੇ ਖਿਲਾਫ ਕੋਈ ਸੋਚ ਲੈਂਦੀ ਤੁਹਾਡਾ ਰਹਿਣਾ ਕੁਛ ਨਹੀਂ ਸੀ। ਪਰ ਫਿਰ ਵੀ ਮਾਂ ਦੀਆਂ ਅੰਦਰਾਂ ਤੜਫਦੀਆਂ। ਇਹਨੇ ਕਦੇ ਖਿਆਲ ਵੀ ਨਹੀਂ ਆਉਣ ਦਿੱਤਾ ਕਿ ਮੈਨੂੰ ਮੇਰੇ ਪੁੱਤ ਬੁਲਾਉਂਦੇ ਹੀ ਨਹੀਂ, ਮੈਨੂੰ ਮਤਰੇਈ ਸਮਝ ਕੇ ਪਾਸੇ ਅੱਡ ਕਰਤਾ। ਇਹ ਗੱਲਾਂ ਕਿਤੇ ਚੇਤੇ ਵੀ ਨਹੀਂ ਆਉਣ ਦਿੱਤੀਆਂ। ਤੇ ਜਿਵੇਂ ਇਹਨੇ ਨਹੀਂ ਆਉਣ ਦਿੱਤੀਆਂ, ਤੁਸੀਂ ਵੀ ਨਾ ਲਿਆਓ। ਤੁਸੀਂ ਆਪਣੇ ਹਿਰਦੇ ਦੇ ਵਿੱਚੋਂ ਇਹ ਗੱਲਾਂ ਨੂੰ ਕੱਢ ਕੇ ਮਾਤਾ ਦੀ ਸੇਵਾ ਕਰੋ। ਜਿੰਨੀ ਸੇਵਾ ਕਰ ਲਓਗੇ ਓਨਾ ਹੀ ਫਲ ਪਾਲੋਗੇ। ਮਾਂ ਪਿਓ ਤਾਂ ਭਾਵੇਂ ਕਿਸੇ ਦਾ ਵੀ ਹੋਵੇ, ਉਹ ਤਾਂ ਬੰਦਗੀ ਵਾਲੀ ਰੂਹ ਸੀ, ਪਰ ਪਾਤਸ਼ਾਹ ਨੇ ਸਾਰੀ ਦੁਨੀਆ ਦੀਆਂ ਮਾਵਾਂ ਲਈ ਬੋਲਿਆ ਕਿ ਮਾਂ ਤਾਂ ਕਿਸੇ ਦੀ ਵੀ ਹੋਵੇ, ਉਹਨੂੰ ਗਲਤ ਨਹੀਂ ਬੋਲਣਾ ਚਾਹੀਦਾ, ਉਹਦੀ ਸੇਵਾ ਹੀ ਕਰਨੀ ਚਾਹੀਦੀ ਹੈ। ਜਿਹੜਾ ਮਾਂ ਦੀ ਸੇਵਾ ਕਰਦਾ ਨਾ, ਜ਼ਿੰਦਗੀ 'ਚ ਉਹ ਟੈਨਸ਼ਨ ਨਹੀਂ ਮੰਨੂਗਾ ਕਿਸੇ ਗੱਲ ਦੀ, ਉਹਦੇ ਤੇ ਕਦੇ ਮਾਨਸਿਕ ਰੋਗ ਭਾਰੂ ਨਹੀਂ ਹੋਣਗੇ। ਜਿਹਨੂੰ ਮਾਂ ਉੱਠ ਕੇ ਅਸੀਸ ਦਿੰਦੀ ਹੈ ਨਾ, ਦੁਨੀਆ ਦੀਆਂ ਤਾਕਤਾਂ ਉਹਦਾ ਵਿਗਾੜ ਕੁਛ ਨਹੀਂ ਸਕਦੀਆਂ। ਉਹ ਖੁਸ਼ ਰਹਿੰਦਾ ਹਮੇਸ਼ਾ। ਜੇ ਖੁਸ਼ੀਆਂ ਚਾਹੁੰਦੇ ਆ ਤੇ ਮਾਤਾ ਤੇ ਪਿਤਾ ਦਾ ਸਤਿਕਾਰ ਬਹੁਤ ਜ਼ਰੂਰੀ ਹੈ। ਤਾਂ ਸਤਿਗੁਰਾਂ ਨੇ ਹਲੇ ਬਚਨ ਹੀ ਕਰ ਰਹੇ ਆ ਬੈਠੇ
कि भाई फतेह सिंह दा छोटा पुत्र, ਉਹਦਾ शायद उदों ਨਾਂ कोई होर भी हो सकता है, वो खेडदा खेडदा पातशाह की बुक्कल च बह जाता। राम सिंह नूं फिर इस तरह लगता है कि बच्चा लिबड़िया होया सी, रेता लग्या होया सी, पातशाह दे चोले नूं खराब कर रहा। राम सिंह कहता, मूर्खा पासे उठ, पातशाह दे कपड़े खराब करदा है। महाराजा हस पे कहते, राम सिंह ये मूर्ख कित्थे, ये तो महापुरख है, ये तो ब्रह्म ज्ञानी रूह ने तुहाडे घर जन्म लिया, इहने ही तुहाडा बेड़ा पार लाउणा। ते महाराज ने बुक्कल च लैके घुट लिया तो वह नीवी पाउंदा। ते महाराज दिलां दियां जानन वाले, माता देसां दे दिल च एक फुरना दिन विच दी कई बार आउंदा कि जे किते मेरे पुੱਤ हुंदा, मैं तां हुणी किन्ने क गेड़े आनंदपुर साहब दे ला देने सी, किन्ने क मैं दमदमा साहब दे ला देने सी। ਉਹ ਜਿਹੜੀ ਚੀਜ਼ ਆ ਉਹਨੂੰ ਪਾਤਸ਼ਾਹ ਵੇਖ ਲੈਂਦੇ ਆ, ਝਾਕ ਕੇ ਕਹਿੰਦੇ ਆ, ਕਹਿੰਦੇ ਮਾਂ ਵੇਖ ਇੱਧਰ, ਤੈਨੂੰ ਅਕਾਲ ਪੁਰਖ ਨੇ ਨਾਮ ਦੇ ਲਾਲ ਦੀ ਖੜਾਵੀ ਬਣਾਇਆ, ਪਰ ਦੁਨਿਆਵੀ ਤੌਰ ਤੇ ਵੀ ਤੈਨੂੰ ਪੁੱਤ ਚਾਹੀਦਾ ਨਾ। ਆਹ ਦੇਖ, ਇਹ ਤੇਰਾ ਪੋਤਰਾ, ਤੇਰਾ ਹੀ ਪੁੱਤ ਆ, ਕਰ ਝੋਲੀ। ਮਾਤਾ ਝੋਲੀ ਕਰਦੀ ਆ, ਪਾਤਸ਼ਾਹ ਝੋਲੀ ਚ ਪਾ ਦਿੰਦੇ ਆ ਤੇ ਸਿਰ ਤੇ ਹੱਥ ਫੇਰਦੇ ਆ, ਕਹਿੰਦੇ ਆ ਮਾਂ ਤੇਰਾ ਸੰਗੂ ਸਿਓ ਸੰਗਦਾ ਬਹੁਤ ਆ। ਇਹ ਨਾਂ ਫਿਰ ਪਾਤਸ਼ਾਹ ਨਹੀਂ ਰੱਖਿਆ, नामकरण भी पातशाह नहीं करता। ये फिर बाबा संगू सिंह ने माई देसां की सेवा, इस जगह की सेवा अपने हत्थी सांभी, माता देसां की निठ के सेवा की। वो हालात है उस टाइम के जदों पातशाह इत्थे ठहरे हुए आ। ये बाबा जी उदों बच्चे ने तो 9 दिन पूरे हो जाते हैं, बड़ी जल्दी दिन वो लंघ जाते होंदे आ। जदों कोई खुशियां वाले दिन होण, वो दिन आ जाता 26 जेठ का, जिद्दे पातशाह तड़के उठण सारे कह देंदे ने मूरले जथेदार सिंघां नूं कि ਸਿੰਘੋ ਤਿਆਰੀਆਂ करो, आपां अज चाले पाउणे आ। तां बाबा डल सिंह वर्गे उठ के खड़े हो जाते आ, हत्थ जोड़दे आ, सतगुरु तुसीं बचन कीता सी कि बठिंडे दा किला वेखणा, इत्थों बिल्कुल नज़दीक आ। पातशाह कहंदे हाँ डल सिंह उत्थे ही जाना, ਤਿਆਰੀਆਂ करो। सारे ਤਿਆਰੀਆਂ होण लग जांदियां, पर राम सिंह होरां दा परिवार, फतेह सिंह होरां दा परिवार ते माता देसां सारिਆਂ दे दिल डुबदे आ कि किन्नियां रौनकां लगियां सी। 9 दिन किन्ना आनंद माणिया, पता ही नहीं लग्या 9 दिन 9 मिनटां वांगू लंघ गए। अरदासां करदे आ, बेनतियां करदे आ सतगुरां अगे, ते माता देसां बड़े बराग नाल उठ के अगे आ जांदे आ कि पातशाह ये नहीं हो सकदा, होर ठहर जाओ। तो सतगुरु कहंदे ने कि विधि दा विधान आ, जाना पैना मां, होर दसो। तो माता कहती है कि दोबारा दर्शन कदों होणगे? तो सतगुरु कहते इस शरीरक रूप दे विच दोबारा दर्शन नहीं हो सकणगे। सतगुरु शायद दस्तार दा तैयारी कर रहे हैं, बंधन दी केस की सजाई हुई है, ते उस रूप च दस्तार नूं इकट्ठी कीता। कहंदे आ लै मां साडी दस्तार, ਇਹਦੇ ਸਾਹਮਣੇ ਬਹਿ ਕੇ ਜਦੋਂ ਹੀ ਨਿਤਨੇਮ ਕਰੇਂਗੀ, ਜਦੋਂ ਹੀ ਆਪਣੇ ਸਵਾਸਾਂ ਤੇ ਧਿਆਨ ਧਰ ਕੇ ਬੈਠੇਂਗੀ, ਇੱਕ ਮਨ ਇੱਕ ਚਿੱਤ ਹੋ ਕੇ ਨੇਤਰ ਬੰਦ ਕਰੇਂਗੀ, ਤੈਨੂੰ ਸਾਡੇ ਹੀ ਦਰਸ਼ਨ ਹੋ ਜਾਇਆ ਕਰਨਗੇ। ਇਹ ਬਚਨ ਦਿੱਤਾ ਮਾਤਾ ਦੇਸਾਂ ਨੂੰ, ਤੇ ਮਾਤਾ ਦੇਸਾਂ ਨੇ ਆਪਣੇ ਝੋਲੀ ਪਾ ਲਿਆ ਕਿ ਗੁਰੂ ਨਾਨਕ ਦੇ ਘਰ ਦਾ ਦਿੱਤਾ ਹੋਇਆ ਖਜ਼ਾਨਾ ਕਿ ਸਿੱਖ ਦਾ ਗੁਰੂ ਕੌਣ ਹੈ। ਪਹਿਲੀ ਕਲਾਸ ਵਾਲੇ ਸਿੱਖ ਦਾ ਗੁਰੂ ਪਾਉਣ ਹੈ। ਪਾਉਣ ਗੁਰੂ ਦੇ ਚਰਨੀ ਲੱਗ ਕੇ ਸਵਾਸਾਂ ਰਾਹੀਂ ਅਸੀਂ ਆਪਣੇ ਥਿਰ ਘਰ ਅੰਦਰ ਜਾਣਾ ਹੈ। ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਦੇ ਹਾਂ, ਆਪਣੇ ਆਪੇ ਨੂੰ ਜਾਣਨਾ ਹੈ। ਜਿੱਥੇ ਮਹਾਰਾਜ ਨੇ ਕਿਹਾ ਸਭ ਕੁਛ ਘਰ ਮੈਂ ਬਾਹਰ ਨਹੀਂ, ਉਹ ਘਰ ਨੂੰ ਫਰੋਲਣਾ ਅੰਦਰੋਂ ਜਾ ਕੇ ਅਸੀਂ। ਤੋਂ ਸੱਚ ਹੈ ਆਦ ਅੰਤ ਇੱਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਮਹਾਰਾਜ ਕਹਿੰਦੇ ਉਦੋਂ ਸਿੱਖ ਦਾ ਗੁਰੂ ਸ਼ਬਦ ਹੈ, ਜਿਹੜਾ ਸਰਬ ਵਿਆਪਕ ਸ਼ਬਦ ਹੈ, ਜਿਹੜਾ ਆਦ ਸੱਚ ਹੈ, ਜੁਗਾਦ ਸੱਚ ਹੈ, ਹੈਪੀ ਸੱਚ ਹੈ, ਨਾਨਕ ਹੋਸੀ ਵੀ ਸੱਚ। शब्द गुरु नाल साडा मिलाप हो जाता है। पौन गुरु के चरण पकड़ के अगे जाना है, उन्हें साडी उंगल शब्द गुरु नूं पकड़ा देनी है। तो शब्द गुरु नूं मिलण तो पहला जिवें कोई वड्डी हस्ती आउंदी है, बैंड बाजे वजदे है, वो करते पुरख का शब्द आउण तो पहला जिवें ही असीं टेक के बहने सानूं नाद सुनने शुरू हुंदे आ, सानूं पंच शब्द सुनने शुरू हुंदे आ, सानूं अणहद नाद सुणदा जिहड़ा इस तरह वो दुगनी सुनन लग जाती है। ਉਹ ਤੋਂ ਪਤਾ ਲੱਗਦਾ ਕਿ ਆਵਾਜ਼ ਬਾਹਰੋਂ ਨਹੀਂ ਆ ਰਹੀ, ਇਹ ਇੱਕ ਓਂਕਾਰ ਦੀ ਆਵਾਜ਼ ਤੁਹਾਡੇ ਹਿਰਦੇ 'ਚੋਂ ਆ ਰਹੀ ਹੈ। ਇਹਦੇ ਤੇ ਤੁਸੀਂ ਮਸਤ ਹੋਣਾ ਆਉਣ ਵਾਲੇ ਜੀਵਨ 'ਚ, ਜਿਵੇਂ ਸੱਪ ਬੀਣ ਤੇ ਮਸਤ ਹੋ ਜਾਂਦਾ ਹੈ। ਤੁਸੀਂ ਅਣਹਦ ਨਾਦ ਨੂੰ ਸੁਣਦੇ ਰਹਿਣਾ ਤਾਂ ਕਿ ਤੁਹਾਡਾ ਸ਼ਬਦ ਗੁਰੂ ਨਾਲ ਮਿਲਾਪ ਹੋ ਸਕੇ। ਸ਼ਬਦ ਗੁਰੂ ਦੇ ਮਿਲਾਪ ਤੋਂ ਬਾਅਦ ਤੁਸੀਂ ਸੁਣਨ 'ਚ ਚਲੇ ਜਾਣਾ, ਨਿਰੰਕਾਰ ਦੇ ਦਰ ਚਲੇ ਜਾਣਾ।
जिथे महाराज ने कहा शब्द गुरु सुरत धुन चेला, वो शब्द जिहड़ा सर्ब व्यापक है, करता पुरख, जिहदे बारे साहिब श्री गुरु ग्रंथ साहिब दे विच सानू वो सारियां विधियां सारियां गल्लां दस्सियां होईयां, जिन्हां दी सांझ आउण वाले टाइम च पावांगे। तां वो पातशाह इत्थों त्यारा करदे आ तुरन दा, इत्थों जांदे ने लवेरीसर हो के बठिंडे किले नूं हाजी रतन जाके चेतराम नूं मिलदे ने। उत्थे पहुँच के गोष्ठी हुंदी आ, उहदे नाल बाबे कालू नाथ दियां यादां याद करदे ने, दादे गुरु दीयां दस्सियां होईयां गल्लां नूं सांझियां करदे आ कि किड्डा वड्डा महापुरुष इस इलाके दे विच बाबा कालू नाथ होया, जिहड़ा कि बड़े ही जती सती, जिहड़ा रिद्धियां सिद्धियां दा मालक सीगा, जिहड़ा गुरु घर दा बड़ा प्रेमी सी। ते उत्थों बठिंडे किले दी संगत आउंदी है कि पातशाह साडे एक काणा दिओ बड़ा तंग करदा, उहनूं कड्डो, किले च चरण पाओ। तां पातशाह किले च जांदे आ, उत्थे कुछ दिन ठहरदे आ, वो काणे दिओ नूं दूर करदे आ ते वापस दमदमा साहब जांदे। ਉਹਦਾ ਅਸੀਂ रूट भी इत्थे दस ही देगे, क्योंकि उदों साडा सारिਆਂ ਦਾ घर ਇੱਕੋ ही सी, ਇਹ भाई का ਚੱਕ। पर हुण ਇਹ ਚੱਕ 3 बन चुके आ, नाल बाबा राम सिंह दा ਚੱਕ राम सिंह वाला, भाई बगतू सिंह दा ते तख्तू सिंह दा ਚੱਕ ਚੱਕ बगतू। ते सारी संगत ने इत्थों फैसला किया कि आपां जिहड़ा नगर कीर्तन इत्थों हुण लैके जाना बठिंडे किले नूं, वो इत्थों त्यारा करांगे, कोशिश करांगे आपां कि 9 वजे दे नाल तैयारी करके तुर पईए। इत्थों ਚੱਕ राम सिंह वाला, ਚੱਕ राम सिंह वाले तो माई वीरो कोल दी हो के ਚੱਕ बगतू दे गुरुद्वारा साहब कोल दी हो के ਉਹੀ सड़क जिहड़ी जांदी है थांदियां वाली, थांदियां कोठियां दे कोल दी भुच्चो मंडी, भुच्चो मंडी दे बाज़ारां दे विच दी हुंदे होए आपां आदेश हॉस्पिटल कोले पहुंचना, कैंचियां कोल दी हो के आदेश हॉस्पिटल तो गाहां वो भुच्चो पिंड आ जांदा, जिहड़ा अपना सारियां दा ही पुराना चलन पवाउणे आ। वो भुच्चो दे विच दी हुंदियां होइयां बेरियां वाले गुरुद्वारे कोल नमस्कार करके लवेरीसर साहब जाना। लवेरीसर साहब चाह दे नाल कोई चीज़ लंगर जो उत्थे तैयार करनगे गुरमुख प्यारे, क्योंकि प्रशादे दा लंगर हाजी रतन श्रोमणी कमेटी वालों गुरुद्वारा साहब वालों कहा गया है संगतां वास्ते। आपां उत्थों लवेरीसर तो चाह छक के तुंग वाली पिंड दे विच दी भागू पिंड पहुँचना है। भागू पिंड तो फूस मंडी हुंदे होए जस्सी चौंक, जस्सी चौंक तो हुंदियां होया आपां हाजी रतन साहब जावांगे। उत्थे जाके सारियां संगतां ने पहलां तो उत्थे दर्शन दीदारे करने ने, वो गुरु घर दे सारियां ने हाजरी भरनी है उतर के, फिर गुरु का लंगर तैयार होऊगा, गुरु का लंगर छक के उत्थों आपां चलांगे बठिंडे किले नूं। किले दे विच जाके उत्थे गड्डियां अंदर नहीं जांदियां, बहुतियां बाहर लावांगे आपां। उत्थे जिन्ना गुरमुखां ने किला नहीं देखिया कुछ चिर आपां रुकांगे, संगतां दर्शन दीदारे कर लैणगीਆਂ। किले दे दर्शन दीदारे करन तो बाद बठिंडे दे बाज़ारां विच दी हुंदे होए वापस आपां दमदमा साहब जावांगे। दमदमा साहब जाके समाप्ति हो जानी है। इस साल का यह जो प्रोग्राम है ये 316वां साल है जिहड़ा आपां अज मना रहे हैं। भागां वाले होणगे जिहड़े आउंदे साल नूं आपां इत्थे होवांगे ते अपने नाल दे पता नहीं किन्ने क गुरु दी गोद च गए होणगे। ये यादां ही हुंदियां जिहड़ियां असीं मना के तुर जाने आ, ये रीतां ही हुंदियां जिहड़ियां आउण वाली पीढ़ी नूं दे के तुर जाने आ। एक ऐसी रीत माई देसां ने शुरू कराई है कि जिहो जे हालात बनते जा रहे आ दिन मनाउणों ही हटते जाते आ सारे। इस हिसाब नाल तां किसी दिन छोटे बच्चों ने बड़े हो के कह देना कि की पता इत्थे कोई आया भी सी कि नहीं, क्योंकि जो गल ही नहीं सुनणगे उन्होंने पता कित्थों लगू। तो हुण यह 315वां आपां पिछे मनाया, 316वां साल मना लिया। हुण साडियां आउण वालियां पीढ़ियां आपे 17वां 18वां 19वां इस तरह ही चलता रहना। एक पक्का इतिहास हो गया, पक्के इतिहास की नौ टिक गई। हुण यह अपना इतिहास है, ये बुरज साहब का जिथे आपां बैठे हाँ, जिथों अपना सांझ सतगुरु पवा रहे ने संगतां दे नाल कि तुसीं किवें इस इतिहास तो जाणू होना है। ये इतिहास दस के हुण आपां अज दा अपना सरलेख सीगा बवाणियां कहानियां पुत सपुत करेण कि अपने बड़ियां नूं याद करना जिन्हां ने साडे लई कुछ कीता, देश कौम लई कुछ कीता,
पर साडे तो सतगुरु आ जिहड़े वो देश कौम वालियां गल्लां तो उच्चे उठे हुए आ, उन्होंने तो पूरे विश्व लई कीता। गुरु नानक देव जी दे संबोधन हुंदे आ कि धरती ते वो पूरी मनुखता नूं संबोधन हुंदे आ कि दुनिया दे लोको जे नाम भालदे फिरदे हो दुनिया च तां इक्को ही नाम है, एक ओंकार सतनाम। ਉਹੀ ਕਰਤਾ ਪੁਰਖ ਹੈ ਜਿਹੜਾ ਦੁਨੀਆ ਬਣਾਉਂਦਾ ਹੈ। ਉਹਦੀ ਸ਼ਰਨ ਚ ਆ ਜਾਓਗੇ, ਨਿਰਭੈ ਹੋ ਜਾਓਗੇ, ਨਿਰਵੈਰ ਹੋ ਜਾਓਗੇ, ਕਾਲ ਤੋਂ ਰਹਿਤ ਹੋ ਜਾਓਗੇ। ਅੱਜ ਤੁਹਾਨੂੰ ਲੱਗਦਾ ਅਸੀਂ ਮਰ ਜਾਾਂਗੇ ਕਿਉਂਕਿ ਅਸੀਂ ਆ ਮਿੱਟੀ ਦੀ ਢੇਰੀ ਨੂੰ, ਸਰੀਰ ਨੂੰ ਸੱਚ ਸਮਝੀ ਬੈਠੇ ਹਾਂ। ਧਿਆਨ ਕਰਾਂਗੇ, ਸਿਮਰਨ ਕਰਾਂਗੇ, ਸਾਨੂੰ ਪਤਾ ਚੱਲ ਜਾਂਦਾ ਇੱਕ ਦਿਨ ਧਿਆਨ 'ਚ ਬੈਠਿਆਂ ਨੂੰ ਹੀ ਕਿ ਮੇਰੀ ਬੌਡੀ ਆ ਪਈ ਹੈ, ਮੈਂ ਆ ਫਿਰਦਾ ਤੁਰਿਆ। ਤਾਂ ਉਹ ਦਿਨ ਇੰਨਾ ਭਾਗਾਂ ਵਾਲਾ ਹੁੰਦਾ ਜਿਹਨੂੰ ਸਨਾਤਨ ਮੱਤ ਕਹਿੰਦੀ ਹੈ, ਬੰਦਾ ਦਵਿਜ ਹੋ ਜਾਂਦਾ ਹੈ, ਦੂਜਾ ਜਨਮ ਹੋ ਜਾਂਦਾ ਉਹਦਾ। ਅਸੀਂ ਉਸ ਦਿਨ ਗੁਰੂ ਦੇ ਘਰੇ ਜਨਮ ਲੈ ਲੈਂਦੇ ਹਾਂ ਜਿੱਦੇ ਅਸੀਂ ਆਪਣੀ ਬੋਡੀ ਨੂੰ ਦੂਰ ਪਿਆ ਵੇਖ ਲੈਂਦੇ ਹਾਂ। ਇਹੀ ਸਪਿਰਿਟ ਸਿੱਖੀ ਦੇ ਵਿੱਚ ਇਸ ਕਰਕੇ ਆ ਜੋ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਦੁਨੀਆ ਨੂੰ, ਦੇਸ਼ ਕੌਮ ਨੂੰ, ਪੂਰੇ ਸੰਸਾਰ ਨੂੰ ਦਾਤ ਦਿੱਤੀ ਹੈ, ਉਹ ਇਹੀ ਹੈ ਕਿ ਮੇਰਾ ਸਿੱਖ ਕਦੇ ਨਹੀਂ ਮੰਨਦਾ ਕਿ ਮੈਂ ਸਰੀਰ ਦੇ ਨਾਲ ਮਰ ਜੂੰਗਾ। ਮੇਰਾ ਸਿੱਖ ਇਹ ਮੰਨਦਾ ਕਿ ਸਰੀਰ ਤਾਂ ਆਉਂਦਾ ਜਾਂਦਾ ਰਹਿੰਦਾ, 20 ਇਦੋਂ ਪਹਿਲਾਂ ਲਿਆ, ਗਾਹਾਂ ਲੈ ਲਾਂਗੇ, ਪਰ ਝੁਕਦੇ ਝਕਦੇ ਨਹੀਂ ਕਿਸੇ ਅੱਗੇ। ਇਹ ਸਰੀਰ ਪਿੱਛੇ ਨਹੀਂ ਅਸੀਂ ਝੁਕਦੇ। ਇਹ ਕੋਈ ਕੱਟ ਦੂ ਗਲਾ ਕੱਟ ਦੇ, ਅਸੀਂ ਫੇਰ ਤਿਆਰ ਹਾਂ, ਚੰਗੇ ਘਰੇ ਜਨਮ ਲਵਾਂਗੇ। ਇਦੋਂ ਵੀ ਜਿੱਥੋਂ ਕੋਈ ਰੋਕਣਾ ਚਾਹੁੰਦਾ ਉਦੋਂ ਵੀ ਤਕੜੇ ਘਰੇ ਜਾਵਾਂਗੇ। ਗੁਰਸਿੱਖ ਨੂੰ ਕੋਈ ਰੋਕ ਨਹੀਂ ਸਕਦਾ। ਅੱਜ ਜਿਹੜੀ ਜੁਰਤ, ਜਿਹੜੀ ਅਣਖ, ਜਿਹੜੀ ਰੜਕ ਦੁਨੀਆ ਮਹਿਸੂਸ ਕਰ ਰਹੀ ਹੈ ਪੰਜਾਬ ਦੇ ਲੋਕਾਂ 'ਚ, ਇਹ ਸਿੱਟਾ ਗੁਰੂ ਨਾਨਕ ਸਾਹਿਬ ਦਾ, ਗੁਰੂ ਦਸ਼ਮੇਸ਼ ਪਿਤਾ ਦਾ ਦਿੱਤਾ ਹੋਇਆ। ਕਿਉਂਕਿ ਸਾਨੂੰ ਇਹ ਵਿਧੀ ਸਿਖਾਤੀ, ਇੱਕ ਓਂਕਾਰ ਨਾਲ ਜੁੜ ਕੇ ਤੁਸੀਂ ਪਵਨ ਗੁਰੂ, ਪਾਣੀ, ਪਿਤਾ, ਮਾਤਾ, ਧਰਤ, ਮਹੱਤ ਨੂੰ ਧਿਆਨ 'ਚ ਲਿਆਓ ਆਪਣੇ। ਮਹਾਰਾਜ ਕਹਿੰਦੇ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਤੁਸੀਂ ਉਹ ਨਾਮ ਨੂੰ ਧਿਆਓ। ਸਵਾਸਾਂ ਤੇ ਧਿਆਨ ਦਿੰਦਿਆਂ ਦਿੰਦਿਆਂ ਕਦੇ ਸਵਾਸ ਖੱਬੇ ਵਗਦੇ, ਕਦੇ ਸੱਜੇ, ਇੜਾ ਪਿੰਗਲਾ 'ਚ ਵਗਦੇ ਵਗਦੇ ਜਿੱਦੇ ਦੋਨੋਂ ਨਾਸਾਂ 'ਚੋਂ ਸਾਹ ਵਗਣ ਲੱਗ ਜਾਂਦੇ ਆ, ਸੁਖਮਣਾ ਖੁੱਲ੍ਹ ਜਾਂਦੀ ਹੈ। ਸੁਖਮਣਾ ਦੇ ਵਿੱਚ ਸਵਾਸ ਗਏ, ਰੱਬ ਦੀ ਕਦੇ ਕਿਰਪਾ ਵਾਪਰਦੀ ਹੈ, ਗੁਰਪ੍ਰਸਾਦ ਵਾਪਰਦਾ ਹੈ, ਸਾਡਾ ਧਿਆਨ ਧੁਨ 'ਚ ਚਲਿਆ ਜਾਂਦਾ ਹੈ। ਤੇ ਉਹ ਜਦੋਂ ਧੁਨ 'ਚ ਧਿਆਨ ਜਾਂਦਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕਥ ਕਹਾਣੀ। ਅਸੀਂ ਇਹ ਸਾਰੀ ਖੇਡ ਸਮਝ ਜਾਂਦੇ ਹਾਂ ਕਰਤੇ ਪੁਰਖ ਦੇ ਦਰ ਦੀ, ਕਿ ਗੱਲ ਤਾਂ ਇੰਨੀ ਕੀ ਸੀ। ਮੈਂ ਕਰਤੇ ਪੁਰਖ ਦੇ ਦਰ 'ਤੇ ਖੇਡਦਾ ਰਹਿੰਦਾ ਆਰਾਮ ਨਾਲ, ਮੈਨੂੰ ਇੱਥੇ ਆਉਣ ਦਾ ਹੁਕਮ ਹੋ ਗਿਆ, ਮੈਂ ਕੋਈ ਘਰ ਪਸੰਦ ਕਰ ਲਿਆ, ਉਸ ਘਰ ਦੇ ਵਿੱਚ ਮੈਂ ਮਾਤਾ ਪਿਤਾ ਦੇ ਗਰਭ 'ਚ ਆ ਗਿਆ, ਮਾਤਾ ਪਿਤਾ ਦੇ ਮਿਲਾਪ ਤੋਂ ਇਹ ਸਰੀਰ ਤਿਆਰ ਹੋਇਆ, ਮੇਰੇ ਵਾਸਤੇ ਜਾਨੀ ਵੀ ਇੱਕ ਗੱਡੀ ਤਿਆਰ ਹੋਈ, ਉਹ ਗੱਡੀ ਦਾ ਡਰਾਈਵਰ ਬਣ ਕੇ ਮੈਂ ਸੰਸਾਰ 'ਚ ਤੁਰਿਆ ਫਿਰਦਾ। ਜਿੱਦੇ ਮੇਰਾ ਜੀ ਕਰੂ ਉਦੋਂ ਹੀ ਗੱਡੀ ਛੱਡ ਕੇ ਜਾ ਸਕਦਾ ਹੈ। ਜੇ ਕੋਈ ਗੱਡੀ ਖੋਲੂਗਾ ਤਾਂ ਵੀ ਮੈਂ ਤਾਂ ਜਾ ਸਕਦਾ ਹੈ। ਜਾਨੀ ਆਪਣੇ ਆਪ ਨੂੰ ਇਹ ਮਿੱਟੀ ਨਾਲੋਂ ਅਲੱਗ ਮੰਨਣਾ, ਇਹ ਗੁਰੂ ਨਾਨਕ ਦੇ ਘਰ ਦੀ ਸਿੱਖੀ ਹੈ। ਗੁਰੂ ਨਾਨਕ ਦੇ ਘਰ ਦੀ ਸਿੱਖੀ 'ਚ ਇਸੇ ਕਰਕੇ ਦਲੇਰੀ ਹੈ ਕਿ ਉਹ ਕਦੇ ਆਪਣੇ ਆਪ ਨੂੰ ਗੁਰਸਿੱਖ ਸਰੀਰ ਨਹੀਂ ਸਮਝਦੇ, ਸਰੀਰ ਦੀ ਮੌਤ ਨੂੰ ਕਦੇ ਮੌਤ ਨਹੀਂ ਸਮਝਦੇ। ਜੇ ਮੌਤ ਸਮਝਦੇ ਆ ਤਾਂ ਜ਼ਮੀਰ ਦੇ ਮਰ ਜਾਣ ਨੂੰ ਮੌਤ ਸਮਝਦੇ ਆ, ਨੀਵੀਂ ਪਾ ਕੇ ਜਿਉਣ ਨੂੰ ਮੌਤ ਸਮਝਦੇ ਆ। ਕਿਉਂਕਿ ਸਤਿਗੁਰੂ ਕਹਿੰਦੇ ਨੇ ਜੇ ਤੁਹਾਡੀ ਆਤਮਾ ਝਿਪ ਜਾਵੇ ਕਿਸੇ ਤੋਂ ਤੇ ਤੁਸੀਂ ਨੀਵੀਂ ਪਾ ਕੇ ਜਿਉਣਾ ਸ਼ੁਰੂ ਕਰ ਦਿਓ, ਆਹ ਜਨਮ ਤਾਂ ਛੱਡੋ, ਤੁਹਾਡੇ ਕਈ ਜਨਮ ਖਰਾਬ ਹੋ ਜਾਂਦੇ ਆ। ਕਿਉਂਕਿ ਜਿਹੜਾ ਅੱਖ 'ਚ ਅੱਖ ਪਾ ਕੇ ਨਹੀਂ ਦੇਖ ਸਕਦਾ ਉਹ ਜਿਉਂ ਨਹੀਂ ਵਧੀਆ ਸਕਦਾ। ਜਿਹੜਾ ਵਧੀਆ ਜੀਵਨ ਨਹੀਂ ਜਿਉਂ ਸਕਦਾ ਫਿਰ ਉਹ ਭਰਮ ਦਾ ਤੇ ਭਟਕਦਾ, ਉਹਨੂੰ ਜੀਵਨ ਮੁਕਤੀ ਨਹੀਂ ਮਿਲ ਸਕਦੀ। ਇਹ ਸਾਂਝਾ ਆਪਣੇ ਕੋਲੇ ਦਿਨ ਬਹੁਤ ਨੇ ਮੂਹਰੇ, ਆਪਾਂ ਉਹਨਾਂ ਦਿਨਾਂ 'ਚ ਸਾਂਝਾ ਪਾਵਾਂਗੇ। ਸਾਡੇ ਵੀਰ ਆਏ ਹੋਏ ਨੇ ਜੋ ਕਿ ਮਾਈ ਦੇਸਾਂ ਦਾ ਇਤਿਹਾਸ ਸੁਣਾਉਣਗੇ, ਬੜਾ ਸੋਹਣਾ ਕਵੀਸ਼ਰੀ ਜਥਾ, ਤੇ ਅਸੀਂ ਹੁਣ ਉਹਨਾਂ ਤੋਂ ਆਨੰਦ ਮਾਣਾਂਗੇ। ਹਲੇ 9:15 ਹੋਏ ਆ, ਆਪਾਂ 10 ਵਜੇ ਸਮਾਪਤੀ ਕਰਦੇ ਹੁੰਦੇ ਆ। ਤੇ ਗੁਰਮੁਖ ਦੱਸ ਰਹੇ ਸੀ ਕਿ ਸਾਡਾ ਅੱਧੇ ਕੁ ਘੰਟੇ ਦਾ ਪ੍ਰਸੰਗ ਆ, ਤੇ ਉਹ ਅੱਧਾ ਘੰਟਾ ਆਪਾਂ ਨੂੰ ਨਿਹਾਲ ਕਰਨਗੇ। ਆ ਜਾਣ ਗੁਰਮੁਖ ਪਿਆਰੇ, ਤੇ ਆਪਾਂ ਇਹ ਸਾਰੀ ਬਾਣੀ ਦਾ ਆਨੰਦ ਮਾਣੀਏ। ਬੀਬੀਆਂ ਭੈਣਾਂ ਨੂੰ ਬੇਨਤੀ ਕਰਾਂਗੇ ਕਿ ਜਿੱਥੇ ਆਪਾਂ ਇੰਨਾ ਚਿਰ ਬੈਠੇ ਆ, ਜੇ ਕਿਸੇ ਨੂੰ ਕੋਈ ਜ਼ਰੂਰੀ ਕੰਮ ਆ ਤਾਂ ਜਾ ਸਕਦਾ, ਜ਼ਰੂਰ ਹਾਜ਼ਰੀ ਭਰਿਓ। ਇਤਿਹਾਸ ਨੂੰ ਸੁਣਿਓ, ਅੱਧੇ ਘੰਟੇ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ। ਆਪਾਂ ਆਨੰਦ ਮਾਣੀਏ ਇਸ ਗੱਲ ਦਾ। ਆਓ ਸਾਰਿਆਂ ਨੂੰ ਬੋਲਦਿਆਂ ਕੋਲੋਂ ਕਿਸੇ ਪ੍ਰਕਾਰ ਦੀ ਕੋਈ ਭੁੱਲ ਚੁੱਕ ਹੋ ਜੇ, ਗਲਤ ਬੋਲਿਆ ਗਿਆ ਹੋਵੇ, ਸੰਗਤ ਤੋਂ ਔਰ ਗੁਰੂ ਸਾਹਿਬ ਤੋਂ ਮਾਫੀ ਮੰਗਦੇ ਆ। ਬੜਾ ਧੰਨਵਾਦ ਕਰਦੇ ਆ PMC ਹਿੰਦੀ, PMC ਪੰਜਾਬ, PSSM ਗਲੋਬਲ ਦਾ, ਜਿਨ੍ਹਾਂ ਨੇ ਇਹ ਸਾਰਾ ਇਤਿਹਾਸ ਜਿਹੜਾ ਕਿ ਇੱਕ ਮਾਲਵੇ ਦੇ ਛੋਟੇ ਜਿਹੇ ਪਿੰਡ ਚੱਕ ਫਤਿਹ ਸਿੰਘ ਵਾਲੇ 'ਚ ਛੁਪਿਆ ਹੋਇਆ ਸੀ, ਜਿਹਨੂੰ ਕੈਮਰੇ ਦੀ ਅੱਖ ਰਾਹੀਂ
ਪੂਰੇ ਵਿਸ਼ਵ ਦੇ ਅੱਗੇ ਲੈ ਕੇ ਆਂਦਾ। ਦੀਨ ਦੁਨੀਆ 'ਚ ਬੈਠੇ ਗੁਰਸਿੱਖਾਂ ਨੂੰ ਦਰਸ਼ਨ ਕਰਵਾਏ ਉਸ ਬੁਰਜ ਦੇ, ਉਹ ਨਿਸ਼ਾਨੀਆਂ ਦੇ ਤੇ ਇੱਥੋਂ ਦੀ ਮਰਜ਼ਾਦਾ ਦੇ। ਇੱਥੇ ਜੋ ਵਰਤਾਰਾ ਮਾਈ ਦੇਸਾਂ ਤੋਂ ਲੈ ਕੇ ਉਹ ਵਿਧੀਆਂ ਦਾ ਵਰਤ ਰਿਹਾ, ਹੁਣ 10ਵੀਂ ਪੀੜ੍ਹੀ 'ਚ ਸਾਡੀ ਡਿਊਟੀ ਲੱਗੀ ਹੈ, ਅਸੀਂ ਵਰਤਾ ਰਹੇ ਹਾਂ ਜਿੰਨੇ ਕੁ ਜੋਗੇ ਆ। ਅੱਗੇ ਸਤਿਗੁਰੂ ਦਾ ਭਾਣਾ ਜਿਹਦੀ ਸੇਵਾ ਲਾਉਣਗੇ ਉਹਨੇ ਸਾਂਭ ਲੈਣੀ ਹੈ। ਅਸੀਂ ਆਪਣੇ ਤੌਰ 'ਤੇ ਜਿੰਨਾ ਕੁ ਚਿਰ ਹੈਗੇ ਆ ਜ਼ਰੂਰ ਸੇਵਾ ਨਿਭਾਵਾਂਗੇ। ਮਹਾਰਾਜ ਕਿਰਪਾ ਕਰਨ, ਸਤਿਗੁਰੂ ਰਹਿਮਤ ਕਰਨ। ਆਓ ਗੁਰਮੁਖਾਂ ਤੋਂ ਆਪਾਂ ਇਤਿਹਾਸ ਦਾ ਆਨੰਦ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।